ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 2 ਫਰਵਰੀ ਹੈ, ਦਿਨ ਵੀਰਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾਬਿਕ ਅੱਜ 20 ਮਾਘ ਹੋ ਗਿਆ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ। ਮੌਸਮ ਦੀ ਜੇ ਗੱਲ ਕਰ ਲਈਏ ਤਾਂ ਮੌਸਮ ਵਿਭਾਗ ਦੇ ਮੁਤਾਬਿਕ 5 ਫਰਵਰੀ ਤੱਕ ਪੰਜਾਬ ਦਾ ਮੌਸਮ ਸਾਫ਼ ਰਹੇਗਾ, ਧੁੱਪ ਨਿਕਲੇਗੀ, ਦਿਨ ਦਾ ਪਾਰਾ ਵਧਦਾ ਜਾਏਗਾ। ਹਾਲਾਂਕਿ ਸਵੇਰੇ ਸ਼ਾਮ ਦੀ ਠੰਡ ਹੈ ਜਿਹੜੀ ਉਹ ਪਹਿਲਾਂ ਵਾਂਗੂ ਹੀ ਹੈ। ਕੱਲ ਪੰਜਾਬ ਹਰਿਆਣਾ ਸਮੇਤ ਚੰਡੀਗੜ੍ਹ ਦੇ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਤੜਕੇ ਪਈ ਸੀ, ਪਰ ਉਸ ਤੋਂ ਬਾਅਦ ਧੁੱਪ ਨਿਕਲ ਆਈ ਸੀ ਤੇ ਚੰਗਾ ਦਿਨ ਖਿੜਿਆ ਸੀ। ਹਵਾਵਾਂ ਚੱਲਣ ਤੋਂ ਵੀ ਰਾਹਤ ਸੀ, ਪਰ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਧੁੰਦ ਨਹੀਂ ਹੈ। ਮੌਸਮ ਬਿਲਕੁਲ ਸਾਫ਼ ਹੈ ਤੇ ਅੱਜ ਵੀ ਸੂਰਜ ਚੜ੍ਹੇਗਾ। 5 ਫਰਵਰੀ ਤੱਕ ਮੌਸਮ ਇਸੇ ਤਰ੍ਹਾਂ ਚੰਗਾ ਬਣਿਆ ਰਹੇਗਾ। ਹੁਣ ਆਪਾਂ ਗੱਲ ਕਰਾਂਗੇ ਮੋਦੀ ਸਰਕਾਰ ਦੇ ਵੱਲੋਂ ਕੱਲ ਪੇਸ਼ ਕੀਤੇ ਗਏ ਬਜਟ ਦੀ। ਸੈਂਟਰ ਸਰਕਾਰ ਦੇ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਸਾਲ ਦੇ ਵਿੱਚ ਪੇਸ਼ ਕੀਤੇ ਗਏ ਬਜਟ ਦੇ ਵਿੱਚ ਸਾਰੇ ਵਰਗਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ, ਪਰ ਜਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਨੇ ਉਹਨਾਂ ਨੂੰ ਸੁਣ ਕੇ ਲੱਗਦਾ ਹੈ ਕਿ ਇਹ ਇੱਕ ਅਧੂਰਾ ਯਤਨ ਹੈ। ਸਭ ਤੋਂ ਵੱਡੀ ਰਾਹਤ ਨੌਕਰੀ ਪੇਸ਼ਾ ਲੋਕਾਂ ਨੂੰ ਦਿੱਤੀ ਗਈ ਹੈ। 7 ਲੱਖ ਤੱਕ ਦੀ ਆਮਦਨ ਤੇ ਟੈਕਸ ਤੋਂ ਛੋਟ ਦਿੱਤੀ ਗਈ ਹੈ, ਪਰ ਇਹਦੇ ਵਿੱਚ ਵੀ ਅੰਦਰਲੀ ਗੱਲ ਇਹ ਹੈ ਕਿ ਜਿਹੜੇ ਨਵਾਂ ਪ੍ਰਬੰਧ ਅਪਣਾਉਣਗੇ ਉਹਨਾਂ ਨੂੰ ਹੀ ਟੈਕਸ ਤੋਂ ਛੋਟ ਮਿਲੇਗੀ। ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ 2.5 ਲੱਖ ਤੱਕ ਆਮਦਨ ਤੇ ਕੋਈ ਟੈਕਸ ਨਹੀਂ ਹੁੰਦਾ ਸੀ। 2.5 ਤੋਂ 5 ਲੱਖ ਤੱਕ 5%, 5 ਤੋਂ 7.5 ਲੱਖ ਤੱਕ 10%, 7.5 ਤੋਂ 10 ਲੱਖ ਤੱਕ ਦੀ ਆਮਦਨ ਤੇ 15%, 10 ਤੋਂ 12.5 ਲੱਖ ਤੱਕ ਦੀ ਆਮਦਨ ਤੇ 20% ਟੈਕਸ, ਤੇ ਫਿਰ 12.5 ਤੋਂ 15 ਲੱਖ ਤੱਕ 25%, 15 ਲੱਖ ਤੋਂ ਵੱਧ ਜਿਸ ਦੀ ਵੀ ਆਮਦਨ ਹੈ ਉਸ ਤੇ 30% ਟੈਕਸ ਲੱਗਦਾ ਸੀ। ਤੇ ਹੁਣ ਨਵੀਂ ਟੈਕਸ ਪ੍ਰਣਾਲੀ ਤਹਿਤ 3 ਲੱਖ ਤੱਕ ਕੋਈ ਟੈਕਸ ਨਹੀਂ, 3 ਤੋਂ 6 ਲੱਖ ਤੱਕ 5% ਲੱਗੂਗਾ, 6 ਤੋਂ 9 ਲੱਖ ਤੱਕ 10%, ਫਿਰ 9 ਤੋਂ 12 ਤੱਕ 15%, 12 ਤੋਂ 15 ਤੱਕ 20%, 15 ਲੱਖ ਤੋਂ ਵੱਧ ਤੇ 30% ਲੱਗੇਗਾ। ਸਰਕਾਰ ਨੇ ਨੌਕਰੀ ਪੇਸ਼ਾ ਮੱਧ ਵਰਗ ਔਰਤਾਂ ਤੇ ਪੈਨਸ਼ਨਰਾਂ ਦੇ ਲਈ ਕਈ ਰਿਆਇਤਾਂ ਦਾ ਐਲਾਨ ਕੀਤਾ ਹੈ। ਵਿੱਦਿਆ ਦੇ ਖੇਤਰ ਵਿੱਚ ਅਗਲੇ 3 ਸਾਲਾਂ ਦੇ ਵਿੱਚ 38,000 ਤੋਂ ਵੱਧ ਅਧਿਆਪਕ ਰੱਖਣ ਦਾ ਟੀਚਾ ਹੈ। ਖੇਤੀਬਾੜੀ ਸੈਕਟਰ ਲਈ ਵੱਖਰਾ ਫੰਡ ਕਾਇਮ ਕਰਨ ਦੀ ਤਜਵੀਜ਼ ਹੈ। ਕਰਜ਼ੇ ਟੀਚੇ ਨੂੰ ਵਧਾ ਕੇ 20,000 ਕਰੋੜ ਕੀਤਾ ਹੈ। ਇਹ ਸਿਰਫ ਕਿਸਾਨਾਂ ਦੇ ਲਈ ਕੀਤਾ ਗਿਆ ਹੈ। ਸਰਕਾਰ ਦੀ ਆਮਦਨ ਕਿੱਥੋਂ ਹੋਏਗੀ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਕਾਰ ਇਨਕਮ ਟੈਕਸ ਤੋਂ 15% ਕਮਾਏਗੀ, ਐਕਸਾਈਜ਼ ਡਿਊਟੀ ਤੋਂ 7%, ਕਾਰਪੋਰੇਸ਼ਨ ਟੈਕਸਾਂ ਤੋਂ 15%, GST ਤੇ ਹੋਰ ਟੈਕਸਾਂ ਤੋਂ 17%, ਕਰਜ਼ ਤੇ ਹੋਰ ਦੇਣਦਾਰੀਆਂ ਤੋਂ 34%, ਗੈਰ ਟੈਕਸ ਰਸੀਦਾਂ ਤੋਂ 6%, ਗੈਰ ਡਾਇਰੈਕਟ ਪੂੰਜੀ ਰਸੀਦਾਂ ਤੋਂ 2%, ਕਸਟਮ ਡਿਊਟੀ ਤੋਂ 4%। ਯਾਨੀ ਕਿ ਇਹ ਉਹ ਟੈਕਸ ਹੈ ਜਿਹੜੇ ਤੁਹਾਨੂੰ ਜਨਤਾ ਨੂੰ ਅਦਾ ਕਰਨੇ ਪੈਣਗੇ। ਸਰਕਾਰ ਦੇ ਕੋਲੇ ਇਹੀ ਆਮਦਨ ਹੋਏਗੀ ਤੇ ਸਰਕਾਰ ਤੁਹਾਨੂੰ ਕਿੱਥੇ ਦੇਏਗੀ? ਪੈਨਸ਼ਨਾਂ ਦੀ ਅਦਾਇਗੀ 4% ਕਰੇਗੀ, ਹੋਰ ਖਰਚੇ 8% ਹੋਣਗੇ। ਕੇਂਦਰੀ ਯੋਜਨਾਵਾਂ ਦੇਵੇਗੀ 17%, ਵਿਆਜ ਦਾ ਭੁਗਤਾਨ 20%, ਸਬਸਿਡੀਆਂ 7%, ਰੱਖਿਆ ਖੇਤਰ ਤੇ 8%, ਸਪਾਂਸਰ ਸਕੀਮਾਂ ਤੇ 9%, ਵਿੱਤੀ ਕਮਿਸ਼ਨ ਤੇ ਹੋਰ ਲੈਣ ਦੇਣ ਤੇ ਸਰਕਾਰ 9% ਖਰਚਾ ਕਰੇਗੀ। ਸੂਬਿਆਂ ਨੂੰ ਟੈਕਸਾਂ ਦੇ ਰੂਪ ਚ ਭੁਗਤਾਨ 18% ਕਰੇਗੀ, ਯਾਨੀ ਕਿ ਸੂਬੇ GST ਦੇਣਗੇ, ਫਿਰ ਉਹਨਾਂ ਨੂੰ 18% ਮਿਲੇਗਾ, ਪਰ ਉਹਨਾਂ ਨੂੰ ਵੀ ਤਰਲੇ ਲੈ ਕੇ ਲੈਣਾ ਪੈਂਦਾ ਹੈ। ਸਰਕਾਰ ਨੇ ਇਹ ਵੀ ਦਾਅਵਾ ਕੀਤਾ ਕਿ ਅਗਲੇ 3 ਸਾਲਾਂ ਦੇ ਵਿੱਚ 47 ਲੱਖ ਨੌਜਵਾਨਾਂ ਨੂੰ ਭੱਤਾ ਮਿਲੇਗਾ। ਮੋਬਾਈਲ ਫੋਨ ਤੇ ਟੀਵੀ ਸਸਤੇ ਹੋ ਗਏ ਨੇ। ਫਿਸ਼ ਲਿਪਿਡ ਆਇਲ, ਮੱਛੀਆਂ ਨੂੰ ਪਾਉਣ ਵਾਲੀ ਖੁਰਾਕ ਸਸਤੀ ਹੋ ਗਈ ਹੈ। ਕੈਪੀਟਲ ਗੁੱਡਸ ਸਸਤੀਆਂ ਹੋ ਗਈਆਂ ਨੇ। ਸਿਗਰਟਾਂ ਮਹਿੰਗੀਆਂ, ਕਿਚਨ ਦੀ ਜਿਹੜੀ ਰਸੋਈ ਦੇ ਵਿੱਚ ਲਾਉਣ ਵਾਲੀ ਚਿਮਨੀ ਮਹਿੰਗੀ ਹੈ। ਬਿਜਲੀ ਵਾਹਨਾਂ ਸਣੇ ਫੁੱਲੀ ਇੰਪੋਰਟਡ ਕਾਰਾਂ ਮਹਿੰਗੀਆਂ। ਦਰਾਮਦ ਕੀਤੇ ਸਾਈਕਲ ਤੇ ਖਿਡੌਣੇ, ਨਕਲੀ ਗਹਿਣੇ, ਕੰਪਾਊਂਡਡ ਰਬੜ, ਸੋਨਾ, ਚਾਂਦੀ ਤੇ ਇਹਦੇ ਨਾਲ ਬਣੀਆਂ ਵਸਤੂਆਂ ਮਹਿੰਗੀਆਂ ਨੇ। ਤਾਰਪੀਨ ਵਰਗਾ ਤੇਲ ਮਹਿੰਗਾ ਹੋ ਗਿਆ। ਪੰਜਾਬ ਤੇ ਦਿੱਲੀ ਸਰਕਾਰ ਨੂੰ ਬਜਟ ਉੱਕਾ ਪਸੰਦ ਨਹੀਂ ਆਇਆ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਬਜਟ 'ਚੋਂ ਪੰਜਾਬ ਨੂੰ ਤਾਂ ਬਾਹਰ ਹੀ ਕਰ ਦਿੱਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਗਿਆ ਸੀ। ਟੈਕਸ ਤਾਂ ਕਰੋੜਾਂ ਦਾ ਦੇ ਦਿੱਤਾ, ਪਰ ਮਿਲੀ ਇੱਕ ਚੁਆਨੀ ਵੀ ਨਹੀਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਬਜਟ ਵਿੱਚ ਪੰਜਾਬ ਲਈ ਕੁਝ ਵੀ ਨਹੀਂ ਹੈ। ਕਿਸਾਨਾਂ, ਪੇਂਡੂ, ਗਰੀਬਾਂ ਤੇ ਨੌਜਵਾਨਾਂ ਦੇ ਲਈ ਇਹਦੇ ਵਿੱਚ ਕੁਝ ਨਹੀਂ ਹੈ। ਇਹਨਾਂ ਸਾਰਿਆਂ ਨਾਲ ਕੋਝਾ ਮਜ਼ਾਕ ਹੈ। ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੇਂਦਰੀ ਬਜਟ ਨੂੰ ਦਿਸ਼ਾਹੀਣ ਕਰਾਰ ਦਿੱਤਾ ਹੈ। ਕਿਸਾਨਾਂ ਨੂੰ ਵੀ ਆਸ ਸੀ ਕਿ ਐਤਕੀ ਸਰਕਾਰ ਦਾ ਚਲੋ ਆਖਰੀ ਬਜਟ ਹੈ, ਸਾਡੇ ਨਾਲ ਕੋਈ ਕਿੜ ਨਹੀਂ ਸਰਕਾਰ ਕੱਢੂਗੀ, ਪਰ ਕਿਸਾਨਾਂ ਨੇ ਵੀ ਇਹੀ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਬਦਲਾ ਲਿਆ, ਕੁਝ ਵੀ ਨਹੀਂ ਦਿੱਤਾ। ਕੇਂਦਰੀ ਬਜਟ ਤੋਂ
ਸਨਅਤਕਾਰ ਵੀ ਇੱਕ ਵਾਰੀ ਫਿਰ ਨਿਰਾਸ਼ ਹੋਏ ਨੇ। ਲੁਧਿਆਣਾ ਦੇ ਵਿੱਚ ਸਨਅਤਕਾਰਾਂ ਨੇ ਬਜਟ ਨੂੰ ਰਲਮਾ ਮਿਲਮਾ ਹੁੰਗਾਰਾ ਦਿੱਤਾ ਹੈ। ਕਿਸਾਨ ਲੀਡਰਾਂ ਨੇ ਬਜਟ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਅੰਦੋਲਨ ਦਾ ਬਦਲਾ ਲੈ ਰਹੀ ਹੈ। ਕੇਂਦਰ ਸਰਕਾਰ ਤੇ ਆਲੂ ਤੇ ਖਰਬੂਜਾ ਉਤਪਾਦਕਾਂ ਦੀ ਬਾਂਹ ਨਾ ਫੜਨ ਦਾ ਵੀ ਦੋਸ਼ ਲਾਇਆ ਹੈ। ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ ਬਜਟ ਨੂੰ ਕਿਸਾਨ ਤੇ ਮਜ਼ਦੂਰ ਵਿਰੋਧੀ ਗਰਦਾਨਦਿਆਂ ਇਸ ਨੂੰ ਅਮੀਰ ਤੇ ਕਾਰਪੋਰੇਟ ਘਰਾਣਿਆਂ ਦਾ ਬਜਟ ਦੱਸਿਆ ਹੈ। ਇਸੇ ਤਰ੍ਹਾਂ ਖੇਡਾਂ ਦਾ ਸਮਾਨ ਬਣਾਉਣ ਵਾਲੇ ਕਾਰੋਬਾਰੀਆਂ ਨੇ ਵੀ ਬਜਟ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਆਉਂਦੇ ਕੱਚੇ ਮਾਲ ਤੇ ਡਿਊਟੀ ਨਾ ਘਟਾਈ ਤਾਂ ਦੇਸ਼ ਦੀ ਸਭ ਤੋਂ ਵੱਡੀ ਖੇਡ ਮਾਰਕੀਟ ਤੇ ਚੀਨ ਦਾ ਕਬਜ਼ਾ ਹੋ ਜਾਊਗਾ। ਖੇਡਾਂ ਦੇ ਬਹੁਤ ਸਾਰੇ ਸਮਾਨ ਤੇ ਤਾਂ ਕਹਿੰਦੇ ਪਹਿਲਾਂ ਹੀ ਚੀਨ, ਜਾਪਾਨ ਤੇ ਤਾਇਵਾਨ ਕਬਜ਼ਾ ਕਰ ਚੁੱਕਿਆ, ਪਰ ਜੇ ਕੇਂਦਰ ਸਰਕਾਰ ਨੇ ਐਂਟੀ ਡੰਪਿੰਗ ਡਿਊਟੀ ਨਾ ਲਾਈ ਤੇ ਵਿਦੇਸ਼ਾਂ ਤੋਂ ਆਉਂਦੇ ਕੱਚੇ ਮਾਲ ਤੋਂ ਡਿਊਟੀ ਨਾ ਘਟਾਈ ਤਾਂ ਖੇਡ ਮਾਰਕੀਟ ਦੀ ਸਾਰੀ ਖੇਡ ਖਤਮ ਹੋ ਜਾਏਗੀ। ਪੰਜਾਬ ਦੇ ਵਿੱਚ ਆਰਥਿਕ ਮਾਹਿਰਾਂ, ਸਿਆਸਤਦਾਨਾਂ ਤੇ ਕਿਸਾਨ ਲੀਡਰਾਂ ਨੇ ਬਜਟ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਹੈ। ਆਰਥਿਕ ਮਾਹਿਰਾਂ ਨੇ ਕਿਹਾ ਹੈ ਕਿ ਕੇਂਦਰੀ ਬਜਟ ਤੋਂ ਸਿਰਫ ਬੀਜੇਪੀ ਖੁਸ਼ ਹੈ, ਆਮ ਵਰਗ ਨਿਰਾਸ਼ ਹੈ। ਇਸੇ ਤਰ੍ਹਾਂ ਹੀ ਹੋ ਰਿਹਾ ਹੈ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 23-24 ਦੇ ਬਜਟ ਦੀ ਪੂਰੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਹ ਖੁਸ਼ਹਾਲ ਬਜਟ ਸਾਬਿਤ ਹੋਵੇਗਾ, ਹਰ ਵਰਗ ਨੂੰ ਇਸ ਦਾ ਲਾਭ ਹੋਵੇਗਾ। ਅਕਾਲੀ ਬੀਜੇਪੀ ਸਰਕਾਰ ਦੇ ਵੇਲੇ ਹੋਏ ਸਿੰਚਾਈ ਘੁਟਾਲੇ ਦੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਲੀਡਰ ਸ਼ਰਨਜੀਤ ਸਿੰਘ ਢਿੱਲੋਂ ਅਤੇ ਸੇਵਾ ਮੁਕਤ IAS ਅਧਿਕਾਰੀ ਕਾਹਨ ਸਿੰਘ ਪੰਨੂ ਨੂੰ ਕੱਲ ਵਿਜੀਲੈਂਸ ਦੇ ਤਫਤੀਸ਼ੀ ਅਫਸਰ ਦੇ ਕੋਲ ਪੁੱਛ ਪੜਤਾਲ ਦੇ ਲਈ ਸੱਦਿਆ ਗਿਆ। ਵਿਜੀਲੈਂਸ ਮੂਹਰੇ ਪੇਸ਼ ਹੋ ਕੇ ਦੋਵਾਂ ਜਣਿਆਂ ਨੇ ਬੈਂਕ ਖਾਤਿਆਂ ਤੇ ਜਾਇਦਾਦ ਦੇ ਵੇਰਵੇ ਦਿੱਤੇ ਤੇ ਅੱਜ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵਿਜੀਲੈਂਸ ਮੂਹਰੇ ਪੇਸ਼ ਹੋਣਗੇ ਤੇ ਕੱਲ ਨੂੰ ਪੰਜਾਬ ਦੇ ਸਾਬਕਾ ਮੁੱਖ ਸਕੱਤਰ KBS ਸਿੱਧੂ ਵੀ ਵਿਜੀਲੈਂਸ ਦੇ ਮੂਹਰੇ ਪੇਸ਼ ਹੋਣਗੇ। ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ 2017 ਦੇ ਵਿੱਚ ਸਿੰਚਾਈ ਵਿਭਾਗ ਦੇ ਬਹੁ ਕਰੋੜੀ ਘਪਲੇ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਵਿਜੀਲੈਂਸ ਵੱਲੋਂ ਅਕਾਲੀ ਬੀਜੇਪੀ ਸਰਕਾਰ ਵੇਲੇ ਸਿੰਚਾਈ ਵਿਭਾਗ ਵਿੱਚ ਬਹੁ ਕਰੋੜੀ ਘੁਟਾਲਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਉਸ ਸਮੇਂ ਦੌਰਾਨ ਸ਼ਰਨਜੀਤ ਸਿੰਘ ਢਿੱਲੋਂ ਤੇ ਜਨਮੇਜਾ ਸਿੰਘ ਸੇਖੋਂ ਵਾਰੀ-ਵਾਰੀ ਵਿਭਾਗ ਦੇ ਮੰਤਰੀ ਰਹੇ ਸਨ, ਜਦਕਿ ਸਰਵੇਸ਼ ਕੌਸ਼ਲ, KBS ਸਿੱਧੂ ਤੇ ਕਾਹਨ ਸਿੰਘ ਪੰਨੂ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਅਹੁਦਿਆਂ ਤੇ ਤਾਇਨਾਤ ਰਹੇ ਸਨ। ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਦੇ ਵਿੱਚ ਸ਼ਰਾਬ ਫੈਕਟਰੀ ਦੇ ਮੂਹਰੇ ਮੋਰਚਾ ਲਗਾਤਾਰ ਜਾਰੀ ਹੈ ਤੇ ਉਸ ਮਸਲੇ ਨੂੰ ਲੈ ਕੇ ਇੱਕ ਅਪਡੇਟ ਆਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ ਜ਼ੀਰਾ ਸ਼ਰਾਬ ਫੈਕਟਰੀ ਦੇ ਮਾਮਲੇ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਫੈਕਟਰੀ ਪ੍ਰਬੰਧਕਾਂ ਨੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ ਕਿ ਜ਼ੀਰਾ ਫੈਕਟਰੀ ਵਿੱਚ ਪਏ 8 ਲੱਖ ਲੀਟਰ ਇਥਾਨੋਲ ਨੂੰ ਫੈਕਟਰੀ ਚੋਂ ਬਾਹਰ ਕੱਢਣ ਦਾ ਰਾਹ ਦਿੱਤਾ ਜਾਵੇ, ਕਿਉਂਕਿ ਇਸ ਦਾ ਪ੍ਰਦੂਸ਼ਣ ਦੇ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ। ਇਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ 13 ਫਰਵਰੀ ਤੱਕ ਜਵਾਬ ਮੰਗਿਆ ਹੈ। ਪ੍ਰਬੰਧਕਾਂ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਜ਼ੀਰਾ ਫੈਕਟਰੀ ਨੂੰ ਬੰਦ ਕਰਨ ਬਾਰੇ ਹਾਲੇ ਤੱਕ ਕੋਈ ਲਿਖਤੀ ਆਰਡਰ ਵੀ ਨਹੀਂ ਜਾਰੀ ਕੀਤਾ ਤੇ ਇਹ ਵੀ ਬਹੁਤ ਵੱਡੀ ਖਬਰ ਹੈ ਕਿ ਸਰਕਾਰ ਨੇ ਜਿਹੜਾ ਹੈਗਾ ਜ਼ੁਬਾਨੀ ਹੀ ਇਹ ਐਲਾਨ ਕੀਤਾ ਸੀ। ਮੋਰਚੇ ਤੇ ਇਸੇ ਕਰਕੇ ਲੋਕ ਬੈਠੇ ਨੇ ਕਿ ਲਿਖਤੀ ਰੂਪ ਚ ਦਿੱਤਾ ਜਾਵੇ ਕਿ ਫੈਕਟਰੀ ਬੰਦ ਹੋਊਗੀ ਤੇ ਫੈਕਟਰੀ ਨੇ ਵੀ ਇਹ ਸਾਫ਼ ਕਰ ਦਿੱਤਾ ਹੈ, ਫੈਕਟਰੀ ਪ੍ਰਬੰਧਕਾਂ ਨੇ, ਕਿ ਸਰਕਾਰ ਨੇ ਕੋਈ ਵੀ ਲਿਖਤੀ ਨੋਟਿਸ ਨਹੀਂ ਭੇਜਿਆ। ਪੰਜਾਬ ਦੇ ਵਿੱਚ 21 ਫਰਵਰੀ ਤੱਕ ਸਰਕਾਰੀ ਦਫ਼ਤਰਾਂ ਵਿੱਚ ਜੇ ਪੰਜਾਬੀ ਲਾਗੂ ਨਾ ਹੋਈ ਤਾਂ ਕਾਰਵਾਈ ਹੋਏਗੀ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਤਾਇਨਾਤ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਨੇ ਇਹ ਮੁੜ ਤੋਂ ਲੋਕਾਂ ਨੂੰ ਯਾਦ ਕਰਵਾਇਆ ਹੈ ਕਿ 21 ਫਰਵਰੀ ਤੱਕ ਪੰਜਾਬੀ ਭਾਸ਼ਾ ਪੂਰੀ ਤਰ੍ਹਾਂ ਲਾਗੂ ਨਾ ਹੋਈ ਤਾਂ ਰਾਜ ਭਾਸ਼ਾ ਸੋਧ ਐਕਟ 2008 ਦੇ ਤਹਿਤ ਕੁਤਾਹੀ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਣ ਤੇ ਸਾਰੇ ਦਫ਼ਤਰਾਂ ਵਿੱਚ ਕਾਗਜ਼ੀ ਕੰਮਕਾਜ ਵੀ ਪੰਜਾਬੀ ਵਿੱਚ ਕੀਤੇ ਜਾਣ ਦੀ ਹਦਾਇਤ ਹੈ। ਇਹ ਹਦਾਇਤਾਂ ਸਾਰੇ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਸੰਸਥਾਵਾਂ, ਵਿਦਿਅਕ ਅਦਾਰਿਆਂ, ਬੋਰਡਾਂ, ਨਿਗਮਾਂ ਤੇ ਗੈਰ ਸਰਕਾਰੀ ਸੰਸਥਾਵਾਂ, ਪਬਲਿਕ ਸੰਸਥਾਵਾਂ ਤੇ ਦੁਕਾਨਾਂ ਤੇ ਵਪਾਰਿਕ ਅਦਾਰਿਆਂ ਦੇ ਲਈ ਵੀ ਜਾਰੀ ਕੀਤੀਆਂ ਗਈਆਂ ਨੇ। ਸੜਕਾਂ ਦੀਆਂ ਨਾਮ ਪੱਟੀਆਂ ਤੇ ਮੀਲ ਪੱਥਰ ਤੇ ਸਾਈਨ ਬੋਰਡਾਂ ਤੇ ਵੀ ਸਭ ਤੋਂ ਉਤਲੇ ਪਾਸੇ ਪੰਜਾਬੀ ਭਾਸ਼ਾ ਲਿਖੀ ਜਾਏਗੀ। ਜੇਕਰ ਹੋਰ ਕਿਸੇ ਭਾਸ਼ਾ ਵਿੱਚ ਲਿਖਣਾ ਤਾਂ ਪੰਜਾਬੀ ਤੋਂ ਹੇਠਾਂ ਹੀ ਲਿਖਿਆ ਜਾਵੇਗਾ। ਸੋ ਮੁੜ ਤੋਂ ਸਾਰਿਆਂ ਨੂੰ ਹਦਾਇਤ ਹੈ ਕਿ 21 ਫਰਵਰੀ ਤੱਕ ਪੰਜਾਬੀ ਦੇ ਵਿੱਚ ਸਾਰੇ ਆਪੋ ਆਪਣੇ ਅਦਾਰਿਆਂ ਦੇ ਸਾਈਨ ਬੋਰਡ ਚੇਂਜ ਕਰਵਾ ਲਓ, ਬਦਲਵਾ ਲਓ, ਨਹੀਂ ਤਾਂ ਫਿਰ ਜੁਰਮਾਨਾ ਲੱਗੇਗਾ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਖਬਰ ਹੈ। ਮਾਨਸਾ ਦੀ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਮੂਸੇਵਾਲਾ ਦੇ ਕਤਲ ਕੇਸ ਤੇ ਇੱਕ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਹੈ, ਯਾਨੀ ਕਿ ਇੱਕ ਹੋਰ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਖਾਰਿਜ ਹੋਈ ਹੈ। ਬੁਢਲਾਡਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਮੋਹਣਾ ਦੀ ਜ਼ਮਾਨਤ ਅਰਜ਼ੀ ਖਾਰਿਜ ਕੀਤੀ ਗਈ ਹੈ।
ਅਦਾਲਤ ਨੇ ਕਿਹਾ ਕਿ ਜੇ ਕਸੂਰਵਾਰਾਂ ਨੂੰ ਜ਼ਮਾਨਤ ਤੇ ਰਿਹਾ ਕੀਤਾ ਜਾਂਦਾ ਤਾਂ ਸੰਭਾਵਨਾ ਹੈ ਕਿ ਉਹ ਸਬੂਤਾਂ ਦੇ ਨਾਲ ਛੇੜਛਾੜ ਕਰਨਗੇ ਤੇ ਗਵਾਹਾਂ ਨੂੰ ਧਮਕਾ ਵੀ ਸਕਦੇ ਨੇ। ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਦੀ ਪੜਤਾਲ ਦੇ ਵਿੱਚ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਵਿੱਚ 70,000 ਅਯੋਗ ਲੋਕ ਹੀ ਮੁਫਤ ਦਾ ਰਾਸ਼ਨ ਜਾਂ ਸਸਤਾ ਰਾਸ਼ਨ ਲਈ ਜਾ ਰਹੇ ਨੇ। ਉਹਨਾਂ ਨੇ ਸਮਾਰਟ ਰਾਸ਼ਨ ਕਾਰਡ ਨੇ ਜਿਹੜੇ ਉਹ ਜਾਲੀ ਬਣਵਾ ਰੱਖੇ ਨੇ ਤੇ ਹੁਣ ਆਟਾ ਦਾਲ ਸਕੀਮ ਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ 45,000 ਮ੍ਰਿਤਕ ਵੀ ਰਾਸ਼ਨ ਲੈ ਰਹੇ ਨੇ। ਪੜਤਾਲ 'ਚ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ 45,000 ਲੋਕ ਮਰ ਚੁੱਕੇ ਨੇ, ਪਰ ਫਿਰ ਵੀ ਉਹਨਾਂ ਦੇ ਨਾਮ ਤੇ ਰਾਸ਼ਨ ਕਾਰਡਾਂ ਦੇ ਉੱਤੇ ਰਾਸ਼ਨ ਲਿਆ ਜਾ ਰਿਹਾ ਹੈ। ਫਿਰੋਜ਼ਪੁਰ ਤੋਂ ਖਬਰ ਹੈ ਜਿੱਥੇ ਸਥਾਨਕ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਸਥਾਨਕ ਜੇਲ੍ਹ ਦੇ ਵਿੱਚ ਕੈਦੀਆਂ ਤੇ ਹਵਾਲਾਤੀਆਂ ਨੂੰ ਹੈਰੋਇਨ ਸਪਲਾਈ ਕਰਨ ਦੇ ਦੋਸ਼ ਹੇਠ ਇੱਕ ਜੇਲ੍ਹ ਮੁਲਾਜ਼ਮ ਸਣੇ 4 ਜਣਿਆਂ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਯਾਨੀ ਕਿ ਜੇਲ੍ਹ ਦੇ ਵਿੱਚ ਨਸ਼ਾ ਸਪਲਾਈ ਦੇ ਦੋਸ਼ ਹੇਠ ਵਾਰਡਨ ਸਣੇ 4 ਜਣੇ ਕਾਬੂ ਕੀਤੇ ਗਏ ਨੇ ਤੇ ਮੁਲਜ਼ਮਾਂ ਦੇ ਵਿੱਚ ਜੇਲ੍ਹ ਵਾਰਡਨ ਦਾ ਪੁੱਤਰ ਵੀ ਸ਼ਾਮਲ ਹੈ। ਮੁਕੇਰੀਆਂ ਤੋਂ ਖਬਰ ਹੈ ਜਿੱਥੇ ਨਸ਼ੇੜੀ ਪੁੱਤ ਨੇ ਪਿੰਡ ਨੌਸ਼ਹਿਰਾ ਪੱਤਣ ਦੇ ਵਿੱਚ ਆਪਣੀ ਮਾਂ ਨੂੰ ਜ਼ਖਮੀ ਕਰ ਦਿੱਤਾ ਸੀ। ਤੇਜ਼ਧਾਰ ਹਥਿਆਰ ਦੇ ਨਾਲ ਉਤੇ ਵਾਰ ਕਰ ਦਿੱਤੇ ਸਨ ਅਤੇ ਨਸ਼ੇੜੀ ਪੁੱਤ ਵੱਲੋਂ ਜ਼ਖਮੀ ਕੀਤੀ ਮਾਂ ਨੇ ਦਮ ਤੋੜ ਦਿੱਤਾ ਹੈ, ਜਿਸ ਦਾ ਕੱਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਫਰੀਦਕੋਟ ਦੀ ਵਿਸ਼ੇਸ਼ ਅਦਾਲਤ ਨੇ ਕਰਜ਼ਾ ਨਾ ਮੋੜਨ ਦੇ ਮਾਮਲਿਆਂ ਦੀ ਸੁਣਵਾਈ ਕਰਦਿਆਂ 300 ਦੇ ਕਰੀਬ ਵਿਅਕਤੀਆਂ ਨੂੰ ਭਗੌੜੇ ਐਲਾਨ ਦਿੱਤਾ ਹੈ। ਇਹਨਾਂ ਦੇ ਵਿੱਚ ਬੀਜੇਪੀ ਦਾ ਲੀਡਰ ਕੁਲਦੀਪ ਸਿੰਘ ਢਾਲੀਵਾਲ ਤੇ ਉਸਦੇ 2 ਰਿਸ਼ਤੇਦਾਰ ਵੀ ਸ਼ਾਮਲ ਨੇ। ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ PSPCL ਦੇ ਕੰਮਕਾਜ ਦਾ ਕੰਟਰੋਲ ਬੰਗਲੌਰ ਆਧਾਰਿਤ ਪ੍ਰਾਈਵੇਟ ਕੰਸਲਟੈਂਟ ਦੇ ਹਵਾਲੇ ਕੀਤਾ ਹੈ ਤੇ ਸਰਕਾਰ ਦਾ ਇਹੀ ਫੈਸਲਾ ਪੰਜਾਬ ਦੇ ਵਿੱਚ ਬਿਜਲੀ ਖੇਤਰ ਦੇ ਵਿੱਚ ਸੰਕਟ ਸਹੇੜਨ ਦਾ ਕਾਰਨ ਬਣਿਆ ਹੈ ਤੇ ਸਰਕਾਰ ਬਿਜਲੀ ਨਿਗਮ ਦੇ 2600 ਕਰੋੜ ਰੁਪਏ ਦੇ ਬਕਾਏ ਵੀ ਜਾਰੀ ਕਰਨ ਤੋਂ ਇਨਕਾਰੀ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਤਾਜ਼ਾ ਖੁਲਾਸਾ ਹੋਇਆ ਹੈ ਕਿ ਬੰਗਲੌਰ ਆਧਾਰਿਤ ਪ੍ਰਾਈਵੇਟ ਕੰਸਲਟੈਂਟ ਅਨੁਪਮ ਜੋਸ਼ੀ PSPCL ਦੇ ਰੋਜ਼ਾਨਾ ਕੰਮਕਾਜ ਦੇ ਵਿੱਚ ਦਖਲ ਦੇ ਰਹੇ ਨੇ। ਉਹਨਾਂ ਕਿਹਾ ਕਿ ਦਾਅਵਾ PSCB ਇੰਜੀਨੀਅਰਸ ਐਸੋਸੀਏਸ਼ਨ ਨੇ ਕੀਤਾ ਹੈ ਜੋ PSPCL ਦੇ ਇੰਜੀਨੀਅਰਸ ਦੀ ਜਥੇਬੰਦੀ ਹੈ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਵੇਖਿਆ ਸੀ ਕਿ ਕਿਵੇਂ ਇੱਕ ਪ੍ਰਾਈਵੇਟ ਕੰਸਲਟੈਂਟ ਗੈਰ ਕਾਨੂੰਨੀ ਤੌਰ ਤੇ ਕੈਬਨਿਟ ਮੀਟਿੰਗਾਂ ਦੇ ਵਿੱਚ ਹਿੱਸਾ ਲੈਂਦਾ ਹੈ ਤੇ ਪੰਜਾਬ ਸਰਕਾਰ ਦੀ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਗੱਲ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ। ਇਸੇ ਕਰਕੇ PSPCL ਦੇ ਕੋਲ ਫੰਡਾਂ ਦੀ ਤੋਟ ਹੈ ਤੇ ਉਹ ਵੱਧ ਵਿਆਜ ਦਰਾਂ ਤੇ ਕਰਜ਼ਾ ਲੈਣ ਨੂੰ ਮਜਬੂਰ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਦੇ ਕੌਮੀ ਹਾਕੀ ਖਿਡਾਰੀ ਪਰਮਜੀਤ ਸਿੰਘ ਦੀ ਮਦਦ ਕੀਤੀ ਹੈ। ਪਿਛਲੇ ਦਿਨੀ ਅਸੀਂ ਵੀ ਖਬਰ ਚਲਾਈ ਸੀ ਕਿ ਪਰਮਜੀਤ ਸਿੰਘ ਕੌਮੀ ਹਾਕੀ ਖਿਡਾਰੀ ਹੋਣ ਦੇ ਬਾਵਜੂਦ ਪੱਲੇਦਾਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਸਰਕਾਰ ਨੇ ਕੋਈ ਨੌਕਰੀ ਨਹੀਂ ਦਿੱਤੀ, ਬਹੁਤ ਹੀ ਗੁਰਬਤ ਦੇ ਵਿੱਚ ਜ਼ਿੰਦਗੀ ਜਿਉ ਰਿਹਾ ਹੈ। ਖਬਰ ਦਾ ਅਸਰ ਹੋਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪਰਮਜੀਤ ਸਿੰਘ ਨੂੰ ਫੋਨ ਕਰਕੇ ਬੁਲਾਇਆ ਅਤੇ ਹਾਕੀ ਕੋਚ ਦੀ ਨੌਕਰੀ ਪਰਮਜੀਤ ਸਿੰਘ ਨੂੰ ਦੇ ਦਿੱਤੀ ਗਈ ਹੈ। ਕ੍ਰਿਕਟ ਦੀ ਗੱਲ ਕਰ ਲਈਏ ਤਾਂ ਭਾਰਤ ਦੇ ਸ਼ੁਭਮਨ ਗਿੱਲ ਨੇ ਪਹਿਲੇ ਤੂਫਾਨੀ T20 ਸੈਂਕੜੇ ਤੇ ਸ਼ਾਨਦਾਰ ਗੇਂਦਬਾਜ਼ੀ ਦੇ ਦਮ ਤੇ ਨਿਊਜ਼ੀਲੈਂਡ ਨੂੰ ਤੀਸਰੇ ਤੇ ਅੰਤਿਮ ਮੈਚ ਦੇ ਵਿੱਚ 168 ਦੌੜਾਂ ਦੀ ਕਰਾਰੀ ਹਾਰ ਦਿੱਤੀ ਹੈ ਤੇ ਇਹ ਭਾਰਤ ਦੀ ਸਭ ਤੋਂ ਵੱਡੀ ਜਿੱਤ ਬਣ ਗਈ ਹੈ ਤੇ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਹਾਰ ਬਣ ਗਈ ਹੈ। ਸ਼ੁਭਮਨ ਗਿੱਲ ਦਾ 17 ਦਿਨਾਂ ਦੇ ਅੰਦਰ ਇਹ ਚੌਥਾ ਸੈਂਕੜਾ ਲੱਗਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਥਾਰ ਦੇ ਨਾਲ ਦੱਸਦੇ ਹਾਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਦੇ ਵਿੱਚ ਦੇਸ਼ ਦਾ ਆਮ ਬਜਟ 2023-24 ਪੇਸ਼ ਕੀਤਾ ਜਾਂ ਕਹਿ ਸਕਦੇ ਕਿ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਇਹ ਆਖਰੀ ਸਾਲ ਹੈ ਤੇ 10 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਆਪਣਾ ਆਖਰੀ ਬਜਟ ਪੇਸ਼ ਕੀਤਾ ਹੈ। ਅੱਗੇ ਸਰਕਾਰ ਕਿਹਦੀ ਬਣਨੀ ਹੈ ਉਹ ਤਾਂ ਹੁਣ ਭਾਰਤ ਦੇ ਨਾਗਰਿਕਾਂ ਨੂੰ ਪਤਾ ਹੈ, ਪਰ ਹਾਲ ਦੀ ਘੜੀ ਮੋਦੀ ਸਰਕਾਰ ਦਾ ਆਖਰੀ ਬਜਟ ਹੈ। ਇਸ ਦੌਰਾਨ ਮੱਧ ਵਰਗ ਦੀਆਂ ਨਜ਼ਰਾਂ ਜਿਸ ਗੱਲ ਤੇ ਕੇਂਦਰਿਤ ਸਨ, ਵਿੱਤ ਮੰਤਰੀ ਨੇ ਉਹਦਾ ਐਲਾਨ ਕੀਤਾ ਹੈ। ਨਿਰਮਲਾ ਸੀਤਾਰਮਨ ਨੇ ਆਮਦਨ ਕਰ ਦੇ ਵਿੱਚ ਵੱਡੀ ਛੋਟ ਦਾ ਐਲਾਨ ਕਰਦੇ ਹੋਏ ਹੁਣ 7 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰਨ ਦਾ ਪ੍ਰਸਤਾਵ ਰੱਖਿਆ, ਯਾਨੀ ਕਿ ਜਿਨ੍ਹਾਂ ਦੀ 1 ਸਾਲ ਦੇ ਵਿੱਚ 7 ਲੱਖ ਤੱਕ ਦੀ ਆਮਦਨ ਹੈ ਉਹ ਤੇ ਇਨਕਮ ਟੈਕਸ ਰਿਟਰਨ ਨਹੀਂ ਭਰਨੀ ਪਏਗੀ। ਮੱਧ ਵਰਗ ਨੂੰ 5 ਲੱਖ ਤੱਕ ਕੋਈ ਟੈਕਸ ਨਹੀਂ ਦੇਣਾ ਪੈਂਦਾ ਤੇ ਹੁਣ 7 ਲੱਖ ਤੱਕ ਨਹੀਂ ਦੇਣਾ ਪਊਗਾ। 7 ਲੱਖ ਰੁਪਏ ਤੱਕ ਦੀ ਛੋਟ ਸਿਰਫ ਨਵੀਂ ਟੈਕਸ ਪ੍ਰਣਾਲੀ ਅਪਣਾਉਣ ਵਾਲਿਆਂ ਨੂੰ ਹੀ ਹੋਏਗੀ। ਇਹ ਕੀ ਗੁੰਝਲਦਾਰ ਗੱਲ ਹੈ, ਇਹਦੇ ਬਾਰੇ ਵੀ ਆਪਾਂ ਤੁਹਾਨੂੰ ਸਮਝਾਵਾਂਗੇ, ਪਰ ਇੱਕ ਵੱਖਰੀ ਰਿਪੋਰਟ ਦੇ ਵਿੱਚ, ਕਿਉਂਕਿ ਬੁਲੇਟਿਨ ਦੇ ਵਿੱਚ ਬਹੁਤ ਹੀ ਜ਼ਿਆਦਾ ਫਿਰ ਲੰਬਾ ਚੌੜਾ ਵਿਸਥਾਰ ਹੋ ਜਾਂਦਾ ਹੈ। ਹੁਣ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਕਿਹੜੇ ਵੱਡੇ ਐਲਾਨ ਕੀਤੇ ਗਏ ਨੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਟੈਕਸ ਨੂੰ ਲੈ ਕੇ, ਇਨਕਮ ਟੈਕਸ ਨੂੰ ਲੈ ਕੇ ਜਿਹੜਾ ਹੈਗਾ ਵੱਡੀ ਰਾਹਤ ਦਿੱਤੀ ਗਈ ਹੈ। ਮੁਲਾਜ਼ਮਾਂ ਨੂੰ 7 ਲੱਖ ਦੀ ਆਮਦਨ ਹੈ ਜਿਹਦੀ ਸਾਲਾਨਾ, ਉਹਨੂੰ ਕੋਈ ਟੈਕਸ ਨਹੀਂ ਭਰਨਾ ਪਏਗਾ। ਪਹਿਲਾਂ 30,000 ਤੋਂ ਵੱਧ ਟੈਕਸ ਭਰਨਾ ਪੈਂਦਾ ਸੀ।
रेलवे बजट के लिए 240 लाख करोड़ रुपये का प्रबंध किया गया। 13-14 के मुकाबले रेलवे बजट के 9 गुणा वाधा किया गया। मुफ्त अनाज योजना के तहत लोगों को 1 साल होर मुफ्त अनाज मिलेगा। ढांचागत विकास के लिए 10,000 करोड़ रुपये का प्रबंध किया गया। पीएम आवास योजना के 66% वाधा 79,000 करोड़ रुपये दिते गए ने। खेती लई कर्ज वधा के 20 लाख करोड़ रुपये किया जाऊगा। खेतीबाड़ी सैक्टर लई वखरा फंड रखने का भी ऐलान किया गया। सूबा सरकारां नूं 15 सालां दे लई ब्याज मुक्त कर्जा दिता जाऊगा। 15 साल उन्हां नूं ब्याज देण दी कोई लोड़ नहीं है। पछड़ियां श्रेणियां मिशन तहत 15,000 करोड़ का प्रबंध होगा। पीएम सुरक्षा के तहत 44 करोड़ 60 लाख लोगों को बीमा सुविधा दी जाएगी। गोवर्धन योजना के लिए 10,000 करोड़ का प्रबंध किया जाऊगा। खेतरी संपर्क बढ़ाने के लिए 50 नवे एयरपोर्ट, हैलीपैड, एडवांस्ड लैंडिंग ग्राउंड्स, वाटर एरो ड्रोन बनाए जाएंगे। महिला सम्मान बचत योजना शुरू होगी। ब्याज मिलेगा 7.5%। सीनियर सिटीजन सेविंग स्कीम की हद 15 लाख तो बढ़ा के 30 लाख करने का ऐलान किया गया। ਇਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕੁਝ ਅਹਿਮ ਗੱਲਾਂ ਸਨ। ਹੁਣ ਅਸੀਂ ਤੁਹਾਨੂੰ ਜੇ ਵਿਸਥਾਰ ਦੇ ਵਿੱਚ ਦੱਸੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਆਮਦਨ ਕਰ ਬਾਰੇ ਐਲਾਨ ਕੀਤਾ ਗਿਆ ਹੈ ਉਹ ਤੁਹਾਨੂੰ ਦੱਸਦੇ ਹਾਂ। 7 ਲੱਖ ਰੁਪਏ ਤੱਕ ਜਿਹਦੀ ਕਮਾਈ ਹੁੰਦੀ ਹੈ ਉਹਨੂੰ ਕੋਈ ਟੈਕਸ ਨਹੀਂ ਦੇਣਾ ਪਊਗਾ। ਇਨਕਮ ਟੈਕਸ ਦੀ ਛੋਟ 5 ਤੋਂ ਵਧਾ ਕੇ 7 ਲੱਖ ਕਰ ਦਿੱਤੀ ਗਈ ਹੈ। 3 ਤੋਂ 6 ਲੱਖ ਤੱਕ 5% ਟੈਕਸ ਲੱਗੂ। 6 ਤੋਂ 9 ਲੱਖ ਤੱਕ 10%, 9 ਤੋਂ 12 ਲੱਖ ਤੱਕ 15%। ਨਵੇਂ ਟੈਕਸ ਵਿੱਚ 7 ਸਲੈਬ ਘਟਾ ਕੇ 5 ਕਰ ਦਿੱਤੇ ਗਏ ਨੇ। की महंगा की सस्ता होया। विदेश तो आने वाला सोना, चांदी ते प्लैटिनम महंगा हो गया। सिगरेट इंपोर्टेड दरवाजे ने जेडे वो महंगे हो गए ने। रसोई दी चिमनी भी महंगी हो गई है। सस्ता की होया। कस्टम ड्यूटी घटा के 13% कर दी गई है। एक्साइज खिडौने, साइकिल ते ऑटोमोबाइल सस्ते हो गए ने। मोबाइल फोन ते कैमरिਆਂ ਦੇ ਲੈਂਸ सस्ते हो गए ने। यानी कि टैक्नोलॉजी ਦੇ ਨਾਲ जुड़ियां चीज़ां सस्तियां ਹੋਈਆਂ ਨੇ। बायोगैस ਦੇ ਨਾਲ जुड़ियां चीज़ां भी सस्तियां ਹੋਈਆਂ। इलैक्ट्रिक ਗੱਡੀਆਂ सस्तियां ਹੋਣਗੀਆਂ। ਇਹ ਸਰਕਾਰ ਦੇ ਵੱਲੋਂ ਤਾਂ ਕੀਤਾ ਗਿਆ ਤਾਂ ਕਿ ਲੋਕ ਜਿਹੜਾ ਹੈਗਾ ਇਲੈਕਟ੍ਰਿਕ ਗੱਡੀਆਂ ਦੀ ਵਰਤੋਂ ਵੱਧ ਕਰਨ ਤੇ ਪ੍ਰਦੂਸ਼ਣ ਘੱਟ ਹੋਵੇ। ਚੋਣਵੀਆਂ ਚੀਜ਼ਾਂ ਦੇ ਉੱਤੇ ਵੀ ਕਰ ਘਟਿਆ ਹੈ। ਸੋ ਇਹ ਚੀਜ਼ਾਂ ਨੇ ਜਿਹੜੀਆਂ ਸਸਤੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਮੋਬਾਈਲ ਫੋਨਾਂ ਦੇ ਸਸਤੇ ਹੋਣ ਦੀ ਵੱਡੀ ਰਾਹਤ ਜਿਹੜੀ ਲੋਕਾਂ ਨੂੰ ਮਿਲੂਗੀ। ਖੇਤੀਬਾੜੀ ਦੇ ਲਈ ਕੀ ਐਲਾਨ ਕੀਤੇ ਨੇ ਉਹ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਖੇਤੀ ਦੇ ਲਈ ਕਹਿੰਦੇ ਡਿਜੀਟਲ ਢਾਂਚਾਗਤ ਸਹੂਲਤਾਂ ਲਿਆਂਦੀਆਂ ਜਾਣਗੀਆਂ। ਖੇਤੀ ਪ੍ਰੋਤਸਾਹਨ ਫੰਡ ਸਥਾਪਿਤ ਕੀਤਾ ਜਾਊਗਾ। 20 ਲੱਖ ਕਰੋੜ ਦਾ ਕਿਸਾਨੀ ਕਰਜ਼ਾ ਫੰਡ ਲਿਆਂਦਾ ਜਾਊਗਾ। ਮੁਫਤ ਅਨਾਜ ਤੇ 2 ਲੱਖ ਕਰੋੜ ਤੋਂ ਜ਼ਿਆਦਾ ਦਾ ਬਜਟ ਰੱਖਿਆ ਗਿਆ ਹੈ। 80 करोड़ लोगों को मुफ्त अनाज मिलेगा। कपाह की खेती लिए PPP मॉडल ते जोर दिता जाऊगा। बागवानी योजनावां लई 2200 करोड़ रुपए रखे गए ने। इस बजट विच खेती खेतर विच स्टार्टअप नूं बढ़ावा दिता गया। स्टार्टअप खोलण दे लई AAF स्थापित होवेगी। किसानां नूं डिजिटल ट्रेनिंग दित्ती जाएगी। एग्रीकल्चर एक्सलरेटर फंड का गठन होवेगा। मोटे अनाज लई बढ़ावा देण दे लई श्री अन्न योजना शुरू होवेगी। भारती मिलेट्स संस्था का गठन होएगा। अजकल लोग कणक नूं छड्ड के बाकी जिहड़े मिलेट ने अनाज वो खाण दे विच ज्यादा इंटरस्टेड ने। खेती खेतर विच स्टोरेज वधाई जाएगी। पशु पालन, मच्छी पालन, डेयरी खेतर विच कर्जा देण ते ज्यादा जिहड़ा फोकस किया जाऊगा। कर्नाटका दे विच सोके लई 5300 करोड़ रुपए दिते जाणगे। सोके दे नाल नजिठण दे लई कीटनाशकां दे लई 100 बायो इनपुट सेंटर खोले जाणगे। गोबर धन स्कीम तहत 10,000 करोड़ खर्च किए जाणगे। व्यापक केंद्रीकरण भंडारण की योजना 1 करोड़ किसानां नूं नैचुरल फार्मिंग करवाई जाएगी। सो ये सारे ऐलान किए गए ने। अगे किसानां दा रिएक्शन की है वो भी तुहानूं अगे दसदे हां। ते हुण जे विद्या दे खेतर की गल कर लईए, एजुकेशन की गल कर लईए, तो इस बजट ने एजुकेशन नूं की दिता है। देश दे विच 157 नवे नर्सिंग कॉलेज बनाउण दा दावा किया गया। 157 मैडिकल कॉलेजां चों 140 नर्सिंग कॉलेज होणगे। यानी कि 157 मैडिकल कॉलेज, इन्हां दे विचों 140 नर्सिंग कॉलेज होणगे। नैशनल डिजिटल लाइब्रेरी बनाई जाएगी। मैडिकल उपकरण दे लई डिसिप्लिन स्कूल बनेगा। मैडिकल कॉलेजां नूं रिसर्च दे लई तैयार करांगे। यानी कि नवीं खोजां होणगीਆਂ। आदिवासियों दे लई नवे स्कूल खोले जाणगे। आदिवासियों दे विकास लई 15,000 करोड़। एकलव्या योजना तहत 750 नवे स्कूल खोले जाणगे। एकलव्या स्कूलों दे विच 38,800 अध्यापकों की नियुक्ति की जाऊगी। फार्मा दे विच रिसर्च इनोवेशन का नवा प्रोग्राम शुरू होएगा। फार्मा दे विच फार्मास्यूटिकल सैक्टर दे विच भी नवीं योजनावां लिआंदियां जाणगीਆਂ। सो हुण नौजवानों के लिए की है सब तो वड्डी उम्मीद हुंदी है नौजवानों नूं कि सरकार उन्हां दे लई कोई योजना लिया रही है जां फिर नहीं।
30 स्किल इंडिया इंटरनेशनल सेंटर स्थापित होंगे। पीएम कौशल विकास योजना 4.0 लॉन्च की जाएगी। 47 लाख नौजवानों ਨੂੰ 3 ਸਾਲਾਂ तक पत्ता दिता जाऊगा। ग्लोबल पद्धर की ट्रेनिंग दवाई जाएगी। पूंजी निवेश ਨੂੰ 33% ਵਧਾ ਕੇ 10 लाख करोड़ किया गया है, जो कि जीडीपी का 3.3% होएगा। 50 नवे एयरपोर्ट बनाए जाएंगे और नौजवानों ਨੂੰ नौकरियां मिलणगीਆਂ। हैलीपोर्ट्स एयरड्रोम बनगे। हाइड्रोजन मिशन के लिए 1,97,000 करोड़ रुपए रखे गए हैं। वाहन स्क्रैपिंग नीति ਲਈ सूबਿਆਂ ਨੂੰ सहायता दी जाऊगी। शहरों ਦੇ ਵਿੱਚ ਨਾਲਿਆਂ ਦੀ ਸਫਾਈ ਦੀ ਨਵੀਂ योजना ਲਿਆਂਦੀ ਜਾਏਗੀ। 2047 तक अनीमिया खत्म करने का टीचा मिथ्या गया। गरीब कैदियों की जमानत का पैसा सरकार देगी। पीएम आवास योजना का खर्च 79,000 करोड़। KYC की प्रक्रिया सौखी की जाऊगी। जी KYC करवानी होंगी, आधार कार्ड पैन कार्ड अपडेट करवाना होंगे बैंक या होर किते। डिजी लॉकर ते दस्तावेज शेयर करने को बढ़ावा दिता जाएगा। पैन कारोबार शुरू करने का मुख्य आधार होगा। दस्तावेजों ਨੂੰ ऑनलाइन दिखाए जाने की प्रक्रिया तेज होएगी। ऑनलाइन रखण दी कह सकते हैं, यानी कि जे हुण तुसीं किते जा रहे हो, तुहानूं कहा जाता है ड्राइविंग लाइसेंस दिखाओ, तां तुहाडे कोल जे ड्राइविंग लाइसेंस नहीं तो तुसीं अपने फोन चों दिखा सकते हो, ऑनलाइन दिखा सकते हो। MSME दे लई ब्याज दर विच 1% दी छूट का ऐलान किया गया है। To increase the rebate limit to 7 lakh in the new tax regime. Thus, persons in the new tax regime with income up to 7 lakhs will not have to pay any tax at all. The second proposal relates to middle class individuals. I had introduced in the year 2020 the new personal income tax regime with 6 income slabs starting from 2.5 lakh. I propose to change the tax structure in this regime by reducing the number of slabs to 5 and increasing the tax exemption limit to 3 lakhs. The new tax rates are 0 to 3 lakh, nil. 3 to 6 lakhs, 5%. 6 to 9 lakhs, 10%. 9 to 12 lakh, 15%. 12 to 15 lakhs, 20%. And above 15 lakhs, 30%. सो वित्त मंत्री निर्मला सीतारमन ने बजट पेश कर दिता है। इस ते किसने की कहा है, पंजाब के मुख्यमंत्री ने की कहा, वो भी तुहानूं दसांगे। सब तो पहला भारत के प्रधानमंत्री नरेंद्र मोदी की गल कर लईए तां उन्हां ने बजट की खूब तारीफ की है। उन्हां कहा कि इहदे विच पछड़े वर्गां नूं पहल दित्ती गई है। किसानां मध्य वर्ग दीआं उम्मीदां दे नाल भरपूर समाज के सुपनिआं नूं इह बजट पूरा करेगा। ते सरकार दी विरोधी धिर कांग्रेस पार्टी ने कहा है कि नरेंद्र मोदी सरकार ने पिछले साल बजट ते वाह-वाह खट्टी सी, पर असलीयत सामने आ गई है, क्योंकि उन्होंने रणनीति वधेरे वादे ते काम घट करन वाली है। वादे ज्यादा करते हैं, काम घट करते हैं। कांग्रेस पार्टी के जनरल सकत्तर जयराम रमेश ने ट्वीट करके कहा कि पिछले साल के बजट में खेतीबाड़ी, सेहत, सिक्ख्या, मनरेगा ते अनुसूचित जातियों की भलाई लई संबंधित अलॉटमेंट लई प्रशंसा की गई सी। ते अज दे दौर च असलीयत सब नूं पता है कि कौन किथे खड़ा है। असल खर्चा बजट के नालों बहुत घट है। इस दौरान पश्चिमी बंगाल की मुख्यमंत्री ममता बनर्जी ने भी बजट की आलोचना की है ते इसनूं गरीब ते मध्य वर्ग विरोधी करार दिता है। पंजाब के मुख्यमंत्री भगवंत मान ने दस्सिया है कि केंद्रीय बजट दे विच पंजाब दे लई की दिता गया है। मुख्यमंत्री भगवंत मान ने सख्त टिप्पणी की। उन्होंने कहा कि केंद्र सरकार ने एक बार मुड़ तो पंजाब नूं नजरअंदाज किया। पहला गणतंत्र दिहाड़े की परेड चों बाहर कर दिता गया ते हुण बजट चों ही पंजाब नूं बाहर कर दिता गया। उन्होंने कहा कि मैं BSF दे अपग्रेडेशन आधुनिक बनाउण ते एंटी ड्रोन सिस्टम के लिए 1000 करोड़ मंगे सी, पर बजट दे विच इस ते कोई ध्यान नहीं दिता गया। सीएम मान ने कहा कि असीं रेल मंत्री तो बठिंडा ते अमृतसर दे लई वंदे भारत ट्रेनां मंगियां सन, पर बजट दे विच नहीं दित्तियां गईयां। मान ने इल्जाम लाया कि पता नहीं सरकार पंजाब तो किहड़ी गल दा बदला लै रही है। किसानी ते भी मुख्यमंत्री भगवंत मान ने घेरदे हुए कहा कि केंद्र सरकार किसानां तो चिढ़दी है। MSP ते कानून बनाउण बारे कुछ नहीं कहा गया। लगदा है कि केंद्र सरकार किसानां तो अंदोलन का बदला लै रही है। एक तिखी टिप्पणी की है पंजाब के मुख्यमंत्री भगवंत सिंह मान ने। बड़े दुख से कहना पड़ रहा है कि उसमें पंजाब का कोई नामो निशान ही नहीं है। इससे पहले 26 जनवरी की झांकी पंजाब की गायब थी, रिपब्लिक डे से पंजाब गायब था, अब देश के बजट से पंजाब गायब है। ये समझ नहीं आती कौन सा बदला ले रहे हैं ये पंजाबियों से। हमने, क्योंकि बॉर्डर स्टेट है, हमने 1000 करोड़ रुपए की मांग की थी
कि BSF उनको अपग्रेड करने के लिए, मॉडर्नाइजेशन करने के लिए बॉर्डर की, क्योंकि ड्रोन वगैरह बहुत आते हैं, एंटी ड्रोन सिस्टम लॉन्च करने के लिए, उसका नाम भी नहीं लिया गया। 90% कुर्बानियाँ देश को आज़ाद करवाने में और अभी भी देश की आज़ादी को कायम रखने में हम कुर्बानियाँ दे रहे हैं। तो ऐसा पंजाब के साथ अन्याय जो है वो अच्छा नहीं है। और हम जब डिमांड फॉर ग्रांट्स बजट पे डिबेट चलेगी तो हमारे जो साथी सांसद हैं राज्यसभा में, हम ये बातें माननीय ਵਿੱਤ ਮੰਤਰੀ ਜੀ को याद कराएंगे। ਪੰਜਾਬ ਦੇ ਮੁੱਖ ਮੰਤਰੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਵੀ ਕੇਂਦਰੀ ਬਜਟ ਦੀ ਨਿੰਦਿਆ ਕੀਤੀ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਨੂੰ ਇਸ ਬਜਟ ਨੇ ਕੁਝ ਨਹੀਂ ਦਿੱਤਾ। केजरीवाल ने कहा कि इस बजट ਵਿੱਚ महंगाई तो भी कोई राहत नहीं है। यह बजट महंगाई ਵਧਾਊਗਾ, बेरोजगारी ਨੂੰ दूर करने की कोई ठोस योजना नहीं है। टिप्पणी की कि सिक्ख्या बजट 2.64% तो घटा के 2.5% करना मंदभागा है। सेहत बजट ਨੂੰ भी कहते घटा दिता गया, 2.2 तो घटा के 1.98% करना भी नुकसानदेह है। उन्होंने केंद्र सरकार ते दिल्ली नाल भी मतरेई मां वाला सलूक करन दा दोष लाया। उन्होंने कहा कि दिल्ली के लोगों नाल फिर तो मतरेई मां वाला सलूक। दिल्ली के लोगों ने पिछले साल 1 करोड़ 75 लाख तो वध दा इनकम टैक्स अदा किया ते उहदे विचों सिर्फ 325 करोड़ रुपए ही दिल्ली के विकास लई दिते गए ने। यह दिल्ली के लोगों नाल घोर बेइंसाफी है। कम से कम जिन्ना उन्होंने टैक्स अदा किया उन्ना तो देना चाहिए सी, उस नालों वध नहीं दिता जी। अदाकार शत्रुघ्न सिन्हा ने भी इस बजट ते तिखी टिप्पणी की है। है कि बजट दे विच सिर्फ हम दो हमारे दो दा खास ध्यान रखा गया, यानी कि उद्योगपतियों का ध्यान रखा गया है ते अपना ध्यान रखा सरकार ने। डीजल पेट्रोल ते कहंदे कोई गल नहीं की गई। बहुत सारे कैदी जेलों च पए ने, उन्हां दी कोई गल नहीं की गई। नवजोत सिंह सिद्धू दी रिहाई दा उन्होंने खास तौर पर जिक्र किया। इसी तरह बिहार के डिप्टी सीएम तेजस्वी यादव बोले ने, कहते बिहार के लिए इस बजट के विच कुछ नहीं है। पंजाब के वित्त मंत्री हरपाल सिंह चीमा ने भी नाखुशी प्रगट करदे कहा कि इस बजट ने पंजाब के किसानां नौजवानों का सुपना पूरा नहीं किया। इस बजट ने पंजाब नूं निराश किया है। पंजाब की एक भी मंग केंद्र सरकार ने प्रवान नहीं की। किसान भी इस बजट तो निराश नजर आए ने। किसानों ने कहा कि सरकार तो जिस तरह की उम्मीद सी उस तरह का बजट नहीं आया। कहते सानू ऐतकी उम्मीद सी कि सरकार का आखिरी बजट हैगा आ उन्हां दे कार्यकाल दा, उम्मीद सी कि कुछ चंगा देणगे किसानों दे लई, पर नहीं दिता गया। किसान मजदूर संघर्ष कमेटी के सूबा जनरल सकत्तर सरवण सिंह पंधेर ते प्रधान सतनाम सिंह पन्नू ने भी तिखी प्रतिक्रिया दिंदियां कहा कि सरकार वालों पेश किए गए बजट नूं आम बजट कहना भी गलत होगा, क्योंकि किसानों के मजदूरों के लिए इस बजट च कुछ भी नहीं है। उन्होंने कहा कि मोदी सरकार दिल्ली मोर्चे च मिली हार का बदला किसानों के मजदूरों तो लै रही है। झोने के फसली चक्कर चों कड्ढण लई 23 फसलों ते MSP देण ते स्वामीनाथन कमीशन की रिपोर्ट मुताबिक भाव देण की गल बजट दे विच नहीं की गई। खुदकुशियां का वड्डा कारण बने हुए किसानां मजदूरां दा कर्जा खत्म करने की कोई तजवीज नहीं है। खेती मशीनरी कीटनाशक खादां ते सबसिडी च कोई वाधा नहीं किया गया। मनरेगा तहत रजिस्टर्ड 32 करोड़ के करीब मजदूरों के लिए मनरेगा तहत बनता बजट नहीं है। इनकम टैक्स से दित्तियां कुछ छोटा भी नवे टैक्स सिस्टम तो मिलणगियां, पर नवे टैक्स सिस्टम दे विच HR FD बीमे बचत पत्र ते छूट नहीं मिलेगी, हालांकि पुराना सिस्टम भी रहेगा। कहे सानू आस है कि सरकार नवे सिस्टम राही लुट का नवा राह तैयार कर रही है, जो समा आने ते पता चल जाऊगा। कहते नितिन गडकरी का बयान विच यह कहना कि पहली बारी मिडल क्लास का ध्यान रखा गया। एक तरीके नाल उन्हां दा इकबाल करना है कि हुण तक 8 साल के पेश किए बजट विच मिडल क्लास नूं बेवकूफी बनाया गया। कहते सिद्ध करदा उन्हां दी ही सरकार का मंत्री कह रहे हैं। उन्होंने कहा कि जथेबंदी इस बजट नूं यानी कि किसान मजदूर संघर्ष कमेटी इस बजट नूं सिरे तो रद्द करती है। सो ये वख-वख वर्गां दीयां प्रतिक्रियावां सन, सियासी लोकां दीयां प्रतिक्रियावां ते किसान वर्ग दीयां प्रतिक्रियावां। लगातार असीं तुहानूं हर वर्ग दीयां जिहड़ियां प्रतिक्रियावां ने ओह दस्सांगे कि उन्हां नूं की मिलिया है, इस बजट नूं सुण के उन्हां ने की हासिल कीता है। पर शेयर बाजार दे विच जरूर उछाल आया है। निर्मला सीतारमण के बजट भाषण नूं लैके शेयर बाजार विच निवेशकां दी सकारात्मक प्रतिक्रिया देखण नूं मिली। बुधवार नूं 30 शेयरां दे सूचक सेंसेक्स दे विच 1200 अंकां दा उछाल दर्ज किया गया।
ਟੌਪ ਨਿਊਜ਼ ਬੁਲੇਟਿਨ ਦੇ ਵਿੱਚ ਤੁਹਾਨੂੰ ਕੁਝ ਹੋਰ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਪੰਜਾਬ ਦੇ ਨਾਲ ਜੁੜੀਆਂ ਹੋਈਆਂ ਦੋ ਵੱਡੀਆਂ ਖਬਰਾਂ ਨੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਉੱਤੇ ਇੱਕ ਵੱਡਾ ਬਿਆਨ ਦਿੱਤਾ ਹੈ। ਪੁਰੋਹਿਤ ਨੇ ਜਿਹੜੇ ਉਹ ਪਠਾਨਕੋਟ ਦੇ ਸਰਹੱਦੀ ਇਲਾਕੇ ਦੇ ਸਰਪੰਚਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਨੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ 6 ਜ਼ਿਲ੍ਹੇ ਬਹੁਤ ਹੀ ਸੰਵੇਦਨਸ਼ੀਲ ਨੇ। ਪਾਕਿਸਤਾਨ ਸਾਡਾ ਦੁਸ਼ਮਣ ਹੈ, ਸ਼ੈਤਾਨੀ ਕਰਨ ਤੋਂ ਬਾਜ਼ ਨਹੀਂ ਆਉਂਦਾ। ਡਰੋਨ ਦੇ ਜ਼ਰੀਏ ਨਸ਼ਾ ਪੰਜਾਬ 'ਚ ਪਹੁੰਚ ਰਿਹਾ ਹੈ। ਪੰਜਾਬ ਦੇ ਵਿੱਚ ਨਸ਼ੇ ਦੀ ਹਾਲਤ ਇਹ ਹੋ ਗਈ ਹੈ ਕਿ ਨਸ਼ਾ ਪੰਜਾਬ ਦੇ ਸਕੂਲਾਂ ਤੱਕ ਪਹੁੰਚ ਚੁੱਕਿਆ ਹੈ ਅਤੇ ਬੱਚਿਆਂ ਦੇ ਵਿੱਚ ਨਸ਼ਾ ਇੰਨਾ ਕੁ ਵੱਧ ਗਿਆ ਹੈ ਕਿ ਆਸਾਨੀ ਦੇ ਨਾਲ ਜਨਰਲ ਸਟੋਰਾਂ ਦੇ ਵਿੱਚ ਮਿਲ ਰਿਹਾ ਹੈ। ਸੋ ਇੱਕ ਵੱਡਾ ਬਿਆਨ, ਬਹੁਤ ਹੀ ਗੰਭੀਰ ਮੁੱਦੇ ਤੇ ਬਹੁਤ ਹੀ ਗੰਭੀਰ ਬਿਆਨ ਰਾਜਪਾਲ ਨੇ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਸਕੂਲਾਂ ਤੋਂ ਲੈ ਕੇ ਜਨਰਲ ਸਟੋਰਾਂ ਤੱਕ ਪਹੁੰਚ ਗਿਆ ਹੈ। ਇਸ ਬਿਆਨ ਦੇ ਉੱਤੇ, ਰਾਜਪਾਲ ਦੇ ਇਸ ਬਿਆਨ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ, ਜ਼ਰੂਰ ਕਮੈਂਟ ਕਰਕੇ ਤੁਸੀਂ ਦੱਸਿਓ। ਇੱਕ ਹੋਰ ਵੱਡੀ ਖਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਨਾਲ ਜੁੜੀ ਹੋਈ ਹੈ। ਮਨੀਸ਼ਾ ਗੁਲਾਟੀ ਨੂੰ ਉਹਨਾਂ ਦੇ ਅਹੁਦੇ ਤੋਂ ਪੰਜਾਬ ਸਰਕਾਰ ਨੇ ਹਟਾ ਦਿੱਤਾ ਹੈ। ਪੰਜਾਬ ਸਰਕਾਰ ਨੇ 2020 ਦੇ ਵਿੱਚ, ਕਾਂਗਰਸ ਸਰਕਾਰ ਨੇ ਮਨੀਸ਼ਾ ਗੁਲਾਟੀ ਦੀ ਟਰਮ ਦੇ ਵਿੱਚ ਵਾਅਦਾ ਕਰ ਦਿੱਤਾ ਸੀ ਉਹਨਾਂ ਦੇ ਕੰਮਾਂ ਨੂੰ ਦੇਖਦਿਆਂ ਹੋਇਆ, ਪਰ ਹੁਣ ਸੋਸ਼ਲ ਸਿਕਿਉਰਿਟੀ, ਵਿਮਨ ਐਂਡ ਚਾਈਲਡ ਵਿਭਾਗ ਦੇ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਮੁਤਾਬਿਕ ਇਸ ਵਾਅਦੇ ਦੀ ਸਰਕਾਰੀ ਨਿਯਮਾਂ ਦੇ ਵਿੱਚ ਕੋਈ ਪ੍ਰੋਵੀਜ਼ਨ ਹੀ ਨਹੀਂ ਸੀ, ਜਿਸ ਕਰਕੇ ਉਹਨਾਂ ਨੂੰ ਚੇਅਰਪਰਸਨ ਬਣਾਉਣ ਦਾ ਹੁਕਮ ਵਾਪਸ ਲਿਆ ਗਿਆ ਹੈ। ਇੱਕ ਵੱਡਾ ਝਟਕਾ ਹੈ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਲਈ, ਕਿਉਂਕਿ ਪੰਜਾਬ ਸਰਕਾਰ, ਜਦੋਂ ਤੋਂ ਪੰਜਾਬ ਸਰਕਾਰ ਬਦਲੀ ਹੈ, ਪੰਜਾਬ ਦੇ ਵਿੱਚ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਤਾਂ ਮਨੀਸ਼ਾ ਗੁਲਾਟੀ ਜਿਹੜਾ ਹੈਗਾ ਸਿੱਧੇ ਤੌਰ ਤੇ ਲਗਾਤਾਰ ਇਸ ਗੱਲ ਦੇ ਸੰਕੇਤ ਦਿੰਦੇ ਰਹਿੰਦੇ ਸਨ ਕਿ ਉਹਨਾਂ ਨੂੰ ਹਟਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਵੀ ਡਟੇ ਹੋਏ ਨੇ। ਆਖਿਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਪੁਗਾ ਲਈ ਹੈ ਤੇ ਹੁਣ ਇਸ ਤੋਂ ਬਾਅਦ ਸਵਾਲ ਇਹ ਉੱਠਦਾ ਹੈ ਕਿ ਹੁਣ ਇਸ ਅਹੁਦੇ ਦੇ ਉੱਤੇ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੀ ਕਿਹੜੀ ਜਿਹੜੀ ਔਰਤ ਹੈ, ਕਿਹੜੀ ਮਹਿਲਾ ਹੈ, ਉਸ ਨੂੰ ਬਿਠਾਵੇਗੀ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਜੁੜੀਆਂ ਜਿੰਨੀਆਂ ਮਹਿਲਾਵਾਂ ਨੇ ਉਹ ਵਿਧਾਇਕਾਂ ਨੇ ਜਾਂ ਫਿਰ ਮੰਤਰੀਆਂ ਨੇ, ਤੇ ਵਿਧਾਇਕ ਤੇ ਮੰਤਰੀ ਹੁੰਦੇ ਹੋਏ ਕੋਈ ਵੀ ਕਮਿਸ਼ਨ ਦੀ ਚੇਅਰਪਰਸਨ ਦੇ ਅਹੁਦੇ ਤੇ ਨਹੀਂ ਬੈਠ ਸਕਦਾ। ਪਰ ਇੱਕ ਨਾਮ ਅਜਿਹਾ ਜ਼ਰੂਰ ਹੈ ਜਿਸ ਦੇ ਕੋਲ ਕੋਈ ਅਹੁਦਾ ਨਹੀਂ ਹੈ, ਉਹਨਾਂ ਕੋਲ ਸਿਰਫ ਇੱਕ ਸਟੇਟਸ ਹੈ, ਮੁੱਖ ਮੰਤਰੀ ਦੀ ਪਤਨੀ ਹੋਣ ਦਾ। ਨਾਮ ਹੈ ਡਾਕਟਰ ਗੁਰਪ੍ਰੀਤ ਕੌਰ। ਹੋ ਸਕਦਾ ਹੈ, ਇਹ ਸਿਰਫ ਸਾਡਾ ਅੰਦਾਜ਼ਾ ਹੈ, ਹੋ ਸਕਦਾ ਹੈ ਕਿ ਡਾਕਟਰ ਗੁਰਪ੍ਰੀਤ ਕੌਰ ਨੂੰ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਣਾਇਆ ਜਾਵੇ। ਮਨੀਸ਼ਾ ਗੁਲਾਟੀ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਮਨੀਸ਼ਾ ਗੁਲਾਟੀ ਕਾਂਗਰਸ ਪਾਰਟੀ ਦੇ ਵਿੱਚ ਹੋਇਆ ਕਰਦੇ ਸਨ। ਜਦੋਂ ਲੰਗੀਆਂ ਵਿਧਾਨ ਸਭਾ ਚੋਣਾਂ ਨੇ, ਉਸ ਤੋਂ ਪਹਿਲਾਂ ਉਹਨਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ ਸੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਇਸ ਕਮਿਸ਼ਨ ਦਾ ਕੋਈ ਬਹੁਤਾ ਤਾਲਮੇਲ ਨਹੀਂ ਬੈਠ ਰਿਹਾ ਸੀ। ਕੁਝ ਮਹੀਨੇ ਪਹਿਲਾਂ ਪਤਾ ਲੱਗਿਆ ਸੀ ਕਿ ਉਹਨਾਂ ਦੀ ਸੁਰੱਖਿਆ ਨੂੰ ਵੀ ਬਹੁਤ ਘਟਾ ਦਿੱਤਾ ਗਿਆ ਹੈ। ਬਹੁਤ ਸਾਰੇ ਜਿਹੜੇ ਸੁਰੱਖਿਆ ਕਰਮੀ ਵਾਪਸ ਬੁਲਾ ਲਏ ਗਏ ਨੇ। ਜ਼ੈਡ ਸਿਕਿਉਰਿਟੀ ਜਿਹੜੀ ਉਹਨਾਂ ਨੂੰ ਮਿਲੀ ਹੋਈ ਸੀ ਹਰਿਆਣਾ ਦੇ ਵਿੱਚ ਹਮਲੇ ਤੋਂ ਬਾਅਦ, ਉਹ ਵੀ ਹਟਾ ਲਈ ਗਈ ਸੀ ਅਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਦਫ਼ਤਰੀ ਕਰਮਚਾਰੀ ਨੇ ਉਹਨਾਂ ਨੂੰ ਵੀ ਬਹੁਤ ਗਿਣਤੀ ਦੇ ਵਿੱਚ ਘਟਾ ਦਿੱਤਾ ਗਿਆ ਸੀ, ਕੱਟ ਆਫ ਕਰ ਦਿੱਤਾ ਗਿਆ ਸੀ। ਸੋ ਹੁਣ ਅਗਲਾ ਚਿਹਰਾ ਕਿਹੜਾ ਹੋਵੇਗਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ, ਉਹ ਦੇਖਣਾ ਅਹਿਮ ਰਹੇਗਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲੀ ਸਿੱਖਿਆ ਸਿਸਟਮ ਨੂੰ ਸਮੇਂ ਦੇ ਹਾਣੀ ਬਣਾਉਣ ਦਾ ਦਾਅਵਾ ਕੀਤਾ ਹੈ ਅਤੇ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਮੁੱਢਲੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸੂਬੇ ਦੇ 1294 ਸਕੂਲਾਂ ਦੇ ਵਿੱਚ 1741 ਨਵੇਂ ਕਲਾਸਰੂਮਸ ਬਣਾਉਣ ਦੇ ਲਈ 130 ਕਰੋੜ 75 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ। ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਮਨਜ਼ੂਰ ਹੋਈ ਗ੍ਰਾਂਟ ਵਿੱਚੋਂ ਪਹਿਲੀ ਕਿਸ਼ਤ ਵਜੋਂ 52 ਕਰੋੜ 23 ਲੱਖ ਰੁਪਏ ਦੀ ਰਾਸ਼ੀ ਹੈ ਜਿਹੜੀ ਉਹ ਜ਼ਿਲ੍ਹਿਆਂ ਨੂੰ ਭੇਜ ਵੀ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ 30 ਲੱਖ ਪ੍ਰੋਫਾਰਮੇ ਦਸਤਖਤ ਕਰਵਾ ਕੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਮੁਹਿੰਮ ਨੂੰ 31 ਜਨਵਰੀ ਤੋਂ 1 ਮਹੀਨਾ ਹੋਰ ਵਧਾ ਦਿੱਤਾ ਗਿਆ ਹੈ। ਪਹਿਲਾਂ 31 ਜਨਵਰੀ ਤੱਕ ਮੁਹਿੰਮ ਚੱਲਣੀ ਸੀਗੀ, 1 ਦਸੰਬਰ ਤੋਂ ਸ਼ੁਰੂ ਹੋਈ ਸੀ, ਪਰ 1 ਮਹੀਨਾ ਹੋਰ ਵਧਾ ਦਿੱਤਾ ਗਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮੁਹਿੰਮ ਨੂੰ ਹੁਣ ਘਰ ਘਰ ਪਹੁੰਚਾਇਆ ਜਾਵੇਗਾ, ਪਿੰਡਾਂ ਸ਼ਹਿਰਾਂ ਦੇ ਵਿੱਚ ਘਰ ਘਰ ਤੱਕ ਪਹੁੰਚਾਇਆ ਜਾਵੇਗਾ ਅਤੇ ਐਸਜੀਪੀਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਯੂਐਨ ਨੂੰ ਵੀ ਲੈ ਕੇ ਜਾਏਗੀ ਕਿਉਂਕਿ ਮਨੁੱਖੀ ਹੱਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਅੱਜ ਤੱਕ ਮੈਂ ਕਹਿ ਸਕਦਾ ਵੀ ਲੋਕ ਆਪਣੀ ਸਵੈ ਇੱਛਾ ਨਾਲ ਫਾਰਮ ਭਰਦੇ ਆ ਔਰ ਬਹੁਤ ਵੱਡੀ ਪੱਧਰ ਤੇ ਭਰ ਰਹੇ ਆ ਤੇ ਪਰ ਅਸੀਂ ਚਾਹੁੰਦੇ ਸੀ ਵੀ ਇਹਨੂੰ ਜੰਗੀ ਪੱਧਰ ਤੇ ਲਾਇਆ ਜਾਵੇ। ਸੋ ਅੱਜ ਇਹ ਪਹਿਲੀ ਮੀਟਿੰਗ ਹੋਈ ਆ, ਕੱਲ ਨੂੰ ਦੂਜੀ ਹੋਊਗੀ, ਫਿਰ ਤੀਜੀ ਹੋਊਗੀ ਤੇ ਪ੍ਰਚਾਰਕਾਂ ਨੇ ਬਹੁਤ ਵੱਡਾ ਇਸ ਗੱਲ ਇਹ ਹੰਗਾਰਾ ਵੀ ਦਿੱਤਾ ਕਿ ਅਸੀਂ ਇਕੱਲੇ ਮਾਝੇ ਜ਼ੋਨ ਦੇ ਵਿੱਚੋਂ ਅੱਜ ਤੋਂ ਇਲਾਵਾ ਜਿਹੜੇ ਫਾਰਮ ਭਰ ਗਏ ਉਹਦੇ ਵਿੱਚ 3 ਲੱਖ ਤੋਂ 5 ਲੱਖ ਜਿਹੜੇ ਫਾਰਮ ਭਰ ਕੇ ਦੇਵਾਂਗੇ।
ਸੋ ਇਹਨੂੰ ਅਸੀਂ ਹੁਣ ਜੰਗੀ ਪੱਧਰ ਤੇ ਮੈਂਬਰ ਸਾਹਿਬਾਨਾਂ ਦੀ ਵੀ ਡਿਊਟੀਆਂ ਲਾਈਆਂ ਕਿ ਤੁਸੀਂ ਵੀ ਆਪਣਾ ਜਿਹੜਾ ਇਹਦੇ ਵਿੱਚ ਯੋਗਦਾਨ, ਬਾਕੀ ਸਾਰੇ ਕਾਰ ਛੱਡ ਕੇ ਆਪਣਾ ਯੋਗਦਾਨ ਪਾਓ। ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਤੋਂ ਹੀ ਇਸ ਮੁਹਿੰਮ ਲਈ ਜਿਹੜੇ ਯਤਨ ਆਰੰਭੇ ਆ, ਉਹ ਸਾਡੇ ਯਤਨ ਇਦਾਂ ਜਾਰੀ ਰਹਿਣ। ਤੇ ਉਧਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਮੋਰਚਾ ਵੀ ਲਗਾਤਾਰ ਚੱਲ ਰਿਹਾ ਹੈ ਤੇ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਆਪਣੇ ਜਥੇ ਇਸ ਮੋਰਚੇ ਦੇ ਵਿੱਚ ਭੇਜ ਦਿੱਤੇ ਨੇ। ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਫਿਰੋਜ਼ਪੁਰ ਤੋਂ ਜਥੇਬੰਦੀ ਦੀ ਅਗਵਾਈ ਦੇ ਵਿੱਚ ਕਾਫਲਾ ਮੋਰਚੇ ਤੇ ਪਹੁੰਚਿਆ ਹੈ। ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਵੀ 6 ਤੋਂ 7 ਥਾਵਾਂ ਤੇ ਗਿਰਜਾ ਘਰਾਂ ਅਤੇ ਪੰਜਾਬ ਦੇ ਅਖੌਤੀ ਪਾਸਟਰਾਂ ਦੇ ਟਿਕਾਣਿਆਂ ਤੇ ਲਗਾਤਾਰ ਛਾਪੇ ਜਾਰੀ ਰੱਖੇ। ਇਹ ਛਾਪੇਮਾਰੀ ਮੰਗਲਵਾਰ ਨੂੰ ਸ਼ੁਰੂ ਹੋਈ ਸੀ ਤੇ ਬੁੱਧਵਾਰ ਤੱਕ ਜਾਰੀ ਰਹੀ। ਮੰਗਲਵਾਰ ਸ਼ਾਮ ਤੱਕ ਵਿਭਾਗ ਦੀ ਟੀਮ ਨੇ 2 ਕਰੋੜ ਰੁਪਏ ਜ਼ਬਤ ਕਰ ਲਏ ਸਨ। ਆਮਦਨ ਕਰ ਵਿਭਾਗ ਨੇ ਮੰਗਲਵਾਰ ਨੂੰ ਜਲੰਧਰ ਦੇ 2 ਵੱਡੇ ਪਾਦਰੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ ਤੇ ਇਹਨਾਂ ਦੇ ਜਿਹੜੇ ਟਿਕਾਣੇ ਨੇ ਉਹ ਇਕੱਲੇ ਜਲੰਧਰ ਸ਼ਹਿਰ ਦੇ ਵਿੱਚ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਫੈਲੇ ਹੋਏ ਹਨ ਅਤੇ ਪਾਸਟਰ ਬਲਜਿੰਦਰ ਸਿੰਘ ਨੇ ਜਿਹੜੇ ਉਹ ਵਿਵਾਦਾਂ ਦੇ ਵਿੱਚ ਵੀ ਰਹਿਣ ਵਾਲੇ ਪਾਸਟਰ ਨੇ ਤੇ ਪਿਛਲੇ ਸਮੇਂ ਦੌਰਾਨ ਇਹਨਾਂ ਪਾਸਟਰਾਂ ਦੇ ਉੱਤੇ ਧੱਕੇ ਦੇ ਨਾਲ ਦੂਸਰੇ ਧਰਮਾਂ ਦੇ ਲੋਕਾਂ ਨੂੰ ਲਾਲਚ ਦੇ ਨਾਲ ਵਹਿਮਾਂ ਭਰਮਾਂ ਦੇ ਵਿੱਚ ਫਸਾ ਕੇ ਧਰਮ ਬਦਲਵਾਉਣ ਦੇ ਇਲਜ਼ਾਮ ਵੀ ਲੱਗ ਚੁੱਕੇ ਨੇ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਭਗਵੰਤ ਮਾਨ ਵਾਰੀ-ਵਾਰੀ ਬਾਦਲਾਂ ਤੇ ਕੈਪਟਨਾਂ ਦੀਆਂ ਫੋਟੋਆਂ ਐਂਬੂਲੈਂਸਾਂ ਸਾਈਕਲਾਂ ਉੱਤੇ ਲਗਾਉਣ ਦਾ ਮਜ਼ਾਕ ਉਡਾਉਂਦੇ ਰਹਿੰਦੇ ਸੀ, ਪਰ ਉਹਨਾਂ ਨੇ ਹੁਣ 2023 ਦੀ ਸਰਕਾਰੀ ਡਾਇਰੀ ਉੱਤੇ ਅਤੇ ਮਾਰਕਫੈਡ ਦੇ ਕੈਲੰਡਰਾਂ ਤੇ ਆਪਣੀ ਤਸਵੀਰ ਚਿਪਕਾਉਣ ਨਾਲ ਖੋਖਲੇਪਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਜੋ ਪਹਿਲਾਂ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕੀਤਾ। ਇਹ ਪਹਿਲਾਂ ਉਹਨਾਂ ਗੱਲਾਂ ਦਾ ਜਿਨ੍ਹਾਂ ਦਾ ਵਿਰੋਧ ਕਰਦੇ ਰਹੇ ਨੇ ਉਹੀ ਹੁਣ ਖੁਦ ਵੀ ਕਰ ਰਹੇ ਨੇ ਤੇ ਜਿਹੜਾ ਕੈਲੰਡਰ ਹੈ ਮਾਰਕਫੈਡ ਦਾ ਕੈਲੰਡਰ ਹੈ ਉਹ ਤੇ ਹੁਣ ਤੱਕ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂ ਫਿਰ ਗੁਰੂ ਸਾਹਿਬਾਨਾਂ ਦੀ ਫੋਟੋ ਲੱਗਦੀ ਆਈ ਸੀ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੇਲੇ ਬਦਲਾਅ ਦੇਖਣ ਨੂੰ ਜ਼ਰੂਰ ਮਿਲਿਆ ਕਿ ਇਸ ਕੈਲੰਡਰ ਦੇ ਉੱਤੇ ਮੁੱਖ ਮੰਤਰੀ ਦੀ ਫੋਟੋ ਚਮਕ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਾਖ ਲਗਾਤਾਰ ਡਿੱਗਦੀ ਜਾ ਰਹੀ ਹੈ। 2015 ਦੇ ਵਿੱਚ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਜਿਵੇਂ ਦੋਸ਼ੀਆਂ ਨੂੰ ਮੁਲਜ਼ਮਾਂ ਨੂੰ ਬਚਾਇਆ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 2 ਵਾਰੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਹਾਰ ਚੁੱਕੀ ਹੈ ਤੇ ਪਾਰਟੀ ਨੂੰ ਖੋਰਾ ਵੀ ਲੱਗਦਾ ਜਾ ਰਿਹਾ ਹੈ। ਵੱਡੇ ਟਕਸਾਲੀ ਲੀਡਰ ਪਾਰਟੀ ਛੱਡ ਕੇ ਚਲੇ ਗਏ ਨੇ ਤੇ ਹੁਣ ਇੱਕ ਹੋਰ ਝਟਕਾ ਲੱਗਿਆ ਹੈ। ਸਾਬਕਾ ਸੀਨੀਅਰ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਭਾਟੀਆ ਨੇ ਪ੍ਰੈਸ ਕਾਨਫਰੰਸ ਕਰਕੇ ਸਾਥੀਆਂ ਸਮੇਤ ਅਕਾਲੀ ਦਲ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। 36 ਸਾਲ ਪਾਰਟੀ ਵਿੱਚ ਵਫਾਦਾਰ ਸਿਪਾਹੀ ਵਜੋਂ ਇਹਨਾਂ ਨੇ ਕੰਮ ਕੀਤਾ ਸੀ। ਭਾਟੀਆ ਬੀਬੀ ਜਗੀਰ ਕੌਰ ਦੇ ਕਰੀਬੀ ਨੇ। 4 ਵਾਰੀ ਕਾਉਂਸਲਰ ਦੀ ਚੋਣ ਜਿੱਤ ਚੁੱਕੇ ਨੇ ਪਰ ਹੁਣੇ ਕਿਸ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਹਾਲੇ ਤੱਕ ਸਾਹਮਣੇ ਨਹੀਂ ਆਇਆ, ਜਿਵੇਂ ਕਿ ਬੀਬੀ ਜਗੀਰ ਕੌਰ ਦਾ ਵੀ ਸਾਹਮਣੇ ਨਹੀਂ ਆਇਆ। ਭਾਟੀਆ ਨੇ ਅਸਤੀਫਾ ਦਿੰਦਿਆਂ ਕਿਹਾ, ਪਾਰਟੀ ਛੱਡਣ ਵੇਲੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹਨਾਂ ਦੀ ਮਿਹਨਤ, ਵਫਾਦਾਰੀ ਅਤੇ ਤਜਰਬੇ ਨੂੰ ਨਜ਼ਰ ਅੰਦਾਜ਼ ਕਰਦਿਆਂ ਪਾਰਟੀ ਨੇ ਟਿਕਟ ਹੀ ਨਹੀਂ ਦਿੱਤੀ। ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਦੇ ਹੋਰ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ, ਘਰੇ ਬੈਠਣ ਲਈ ਮਜਬੂਰ ਕੀਤਾ ਗਿਆ। ਅਜਿਹੇ ਵਿੱਚ ਪਾਰਟੀ ਨਾਲ ਕੰਮ ਕਰਨਾ ਔਖਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।